मैं 77 ਤੋਂ ਲੈ ਕੇ 80 ਤੱਕ ਰਿਹਾ ਕੋਈ ਫਲਾਈਂਗ ਇੰਸਟ੍ਰਕਟਰ ਪੰਜਾਬ ਗੌਰਮੈਂਟ ਦੇ ਵਿੱਚ ਔਰ 80 80 81 82 ਤੱਕ ਮੈਂ ਰਿਹਾ ਜੀ ਏਅਰਪੋਰਟ ਅਫਸਰ ਬੰਬੇ। 82 ਤੋਂ ਲੈ ਕੇ ਮੈਂ 93 ਤੱਕ ਰਿਹਾ ਜੀ ਸੀਨੀਅਰ ਪਾਇਲਟ ਡਾਇਰੈਕਟੋਰੇਟ ਆਫ ਐਗਰੀਕਲਚਰ ਏਵੀਏਸ਼ਨ ਮਿਨਿਸਟਰੀ ਆਫ ਐਗਰੀਕਲਚਰ ਗਵਰਨਮੈਂਟ ਆਫ ਇੰਡੀਆ ਦਿੱਲੀ ਦੇ ਵਿੱਚ। ਉੱਥੇ ਅਸੀਂ ਜਹਾਜ਼ ਚਲਾਉਂਦੇ ਸੀ, ਛੋਟੇ ਜਿਹੜੇ ਜਹਾਜ਼ ਜਿਹੜੇ ਸੀਗੇ ਸਪਰੇਅ ਕਰਦੇ ਸੀ ਫਸਲਾਂ 'ਤੇ। ਜੂਨ 2017 ਤੋਂ ਲੈ ਕੇ 30 ਜੂਨ 2020 ਤੱਕ ਮੈਂ ਸੀਨੀਅਰ ਫਲਾਈਟ ਆਪਰੇਸ਼ਨ ਇੰਸਪੈਕਟਰ ਹਾਂ ਜੀ ਗਵਰਨਮੈਂਟ ਆਫ ਇੰਡੀਆ ਦੇ ਵਿੱਚ, ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਦੇ ਵਿੱਚ। ਕਿਉਂਕਿ ਮੈਂ ਇੱਕ ਪਿੰਡ ਤੋਂ ਚੱਲ ਕੇ ਇਹ ਸਫ਼ਰ 43-44 ਸਾਲ ਦਾ ਤੈਅ ਕੀਤਾ। ਪੰਜਾਬ ਸਰਕਾਰ ਜਿਹੜੀ ਆ ਅਗਰ ਉਹ ਜਿਸ ਤਰ੍ਹਾਂ ਹੁਣ ਘਰ ਯੂਨੀਵਰਸਿਟੀਆਂ ਬਣੀਆਂ, ਹਰ ਡਿਸਟ੍ਰਿਕਟ ਦੇ ਵਿੱਚ ਯੂਨੀਵਰਸਿਟੀ ਆ, ਬਟ ਏਵੀਏਸ਼ਨ ਯੂਨੀਵਰਸਿਟੀ ਨੂੰ ਸਾਰੇ ਮੁਲਕ ਦੇ ਵਿੱਚ ਇਨਕਰੇਜ ਕਰਨਾ ਚਾਹੀਦਾ, ਖਾਸ ਕਰਕੇ ਪੰਜਾਬ ਦੇ ਵਿੱਚ। ਅੱਜ ਤੱਕ ਜਿਹੜੀਆਂ ਹਵਾਈ ਅੱਡੇ ਜਾਂ ਹਵਾਈ ਜਹਾਜ਼ਾਂ ਦੀਆਂ ਨੌਕਰੀਆਂ ਨੇ ਉਹ ਚੰਦ ਪਰਿਵਾਰਾਂ ਤੱਕ ਜਿਹੜੇ ਸਹਿੰਦੇ ਪੈਂਦੇ ਨੇ, ਜਿਨ੍ਹਾਂ ਕੋਲ ਪੈਸਾ ਧੇਲਾ ਜਾਂ ਜਾਣ ਪਛਾਣ ਹੈ ਉਹ ਕਰ ਸਕਦੇ ਨੇ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਪ੍ਰਦੀਪ ਅਰੋੜਾ ਹਾਰਦਿਕ ਸਵਾਗਤ ਕਰਦਾ ਹਾਂ। ਦੋਸਤੋ, ਤੁਹਾਡੀ ਮੁਲਾਕਾਤ ਅੱਜ ਅਸੀਂ ਪਾਇਲਟ ਪ੍ਰਵੀਨ ਜੀ ਨਾਲ ਕਰਵਾਉਣ ਜਾ ਰਹੇ ਹਾਂ ਔਰ ਇਹਨਾਂ ਦੁਆਰਾ ਇੱਕ ਬੁੱਕ ਕੰਪਾਈਲ ਕੀਤੀ ਗਈ ਹੈ। ਸੋ ਇਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਕੀ ਮਕਸਦ ਸੀ ਇਹਨਾਂ ਦਾ ਇਸ ਕਿਤਾਬ ਨੂੰ ਲੈ ਕੇ। ਹਾਂਜੀ ਸਰ, ਸਵਾਗਤ ਹੈ ਜੀ ਪੰਜਾਬੀ ਨੈਸ਼ਨਲ ਦੇ ਵਿੱਚ। ਬਹੁਤ ਮਿਹਰਬਾਨੀ ਪ੍ਰਦੀਪ ਜੀ। ਸਰ, ਕੀ ਮਕਸਦ ਸੀ ਇਹ ਬੁੱਕ ਜਿਹੜੀ ਤੁਹਾਡੇ ਦੁਆਰਾ ਕੰਪਾਈਲ ਕੀਤੀ ਗਈ? ਔਰ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਕਿਤਾਬ ਨੂੰ ਜਿਹੜਾ ਆ ਉਹ ਜ਼ੂਮ ਕਰਕੇ ਦਿਖਾ ਦੇ। ਹਾਂਜੀ ਸਰ, ਦੱਸ ਦਿਓ ਜੀ ਇਸ ਕਿਤਾਬ ਬਾਰੇ। ਦੇਖੋ ਜੀ, ਮੈਂ ਪਹਿਲੋਂ ਆਪਣੇ ਬਾਰੇ ਦੱਸਾਂ ਕਿ ਮੈਂ ਪ੍ਰੋਫੈਸ਼ਨਲੀ ਇੱਕ ਪਾਇਲਟ ਹਾਂ। ਮੈਂ 77 ਤੋਂ ਲੈ ਕੇ 80 ਤੱਕ ਰਿਹਾ ਕੋਈ ਫਲਾਈਂਗ ਇੰਸਟ੍ਰਕਟਰ ਪੰਜਾਬ ਗੌਰਮੈਂਟ ਦੇ ਵਿੱਚ ਔਰ 80 81 82 ਤੱਕ ਮੈਂ ਰਿਹਾ ਜੀ ਏਅਰਪੋਰਟ ਅਫਸਰ ਬੰਬੇ, ਇੰਟਰਨੈਸ਼ਨਲ ਏਅਰਪੋਰਟ ਅਥਾਰਟੀ ਔਰ 82 ਤੋਂ ਲੈ ਕੇ ਮੈਂ 93 ਤੱਕ ਰਿਹਾ ਜੀ ਸੀਨੀਅਰ ਪਾਇਲਟ ਡਾਇਰੈਕਟੋਰੇਟ ਆਫ ਐਗਰੀਕਲਚਰ ਏਵੀਏਸ਼ਨ ਮਿਨਿਸਟਰੀ ਆਫ ਐਗਰੀਕਲਚਰ ਗਵਰਨਮੈਂਟ ਆਫ ਇੰਡੀਆ ਦਿੱਲੀ ਦੇ ਵਿੱਚ। ਉੱਥੇ ਅਸੀਂ ਜਹਾਜ਼ ਚਲਾਉਂਦੇ ਸੀ, ਛੋਟੇ ਜਿਹੜੇ ਜਹਾਜ਼ ਜਿਹੜੇ ਸੀਗੇ ਸਪਰੇਅ ਕਰਦੇ ਸੀ ਫਸਲਾਂ 'ਤੇ, ਜਾਂ ਅਸੀਂ ਜੰਗਲਾਂ ਦੇ ਉੱਤੇ ਬੀਜ ਸੁੱਟਦੇ ਸੀ, ਜਾਂ ਟਿੱਡੀ ਦਲ ਨੂੰ ਕੰਟਰੋਲ ਕਰਨ ਲਈ ਉਹਨਾਂ ਜਹਾਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਮੈਂ 1993-94 ਤੋਂ ਲੈ ਕੇ ਅਪ੍ਰੈਲ 2004 ਤੱਕ ਮੈਂ ਬਾਰਡਰ ਸਿਕਿਉਰਿਟੀ ਫੋਰਸ ਦੇ ਵਿੱਚ ਐਵਰੋ ਜਹਾਜ਼ HS-748 ਉਹਦਾ ਕੈਪਟਨ ਰਿਹਾ ਔਰ ਟ੍ਰੇਨਰ ਰਿਹਾ। ਉੱਥੇ ਅਸੀਂ VIP ਡਿਊਟੀਜ਼ ਕਰਦੇ ਰਹੇ ਹਾਂ, ਡਿਜ਼ਾਸਟਰ ਮੈਨੇਜਮੈਂਟ ਦੀਆਂ ਡਿਊਟੀਜ਼ ਕਰਦੇ ਰਹੇ ਹਾਂ ਔਰ ਟਰੱਪਸ ਨੂੰ ਸ਼ਿਫਟ ਕਰਨਾ ਜਾਂ ਐਮੂਨੀਸ਼ਨ ਜਾਂ ਉਹ ਸਾਰਾ ਅਸੀਂ ਡਿਊਟੀ ਕਰਦੇ ਰਹੇ ਹਾਂ। 2004 ਤੋਂ ਲੈ ਕੇ 2017 ਤੱਕ ਮੈਂ 에ਅਰਲਾਈਨ ਦੇ ਵਿੱਚ ਕੈਪਟਨ ਰਿਹਾ ਔਰ ਟ੍ਰੇਨਰ ਰਿਹਾ। ਮੈਂ ਟਾਈਪ ਰੇਟਡ ਇੰਸਟ੍ਰਕਟਰ ਹਾਂ ਬੋਇੰਗ 737 ਦੇ ਵਿੱਚ ਔਰ 3 ਸਾਲ 1 ਜੂਨ 2017 ਤੋਂ ਲੈ ਕੇ 30 ਜੂਨ 2020 ਤੱਕ ਮੈਂ ਸੀਨੀਅਰ ਫਲਾਈਟ ਆਪਰੇਸ਼ਨ ਇੰਸਪੈਕਟਰ ਹਾਂ ਜੀ ਗਵਰਨਮੈਂਟ ਆਫ ਇੰਡੀਆ ਦੇ ਵਿੱਚ, ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਦੇ ਵਿੱਚ। ਕਿਉਂਕਿ ਮੈਂ ਇੱਕ ਪਿੰਡ ਤੋਂ ਚੱਲ ਕੇ ਇਹ ਸਫ਼ਰ 43-44 ਸਾਲ ਦਾ ਤੈਅ ਕੀਤਾ ਔਰ ਇਸ ਕਰਕੇ ਮੈਂ ਕਾਫੀ ਡਿਪਾਰਟਮੈਂਟਾਂ ਦੇ ਵਿੱਚ ਕੰਮ ਕੀਤਾ ਤੇ ਮੈਨੂੰ ਲੱਗਾ ਕਿ ਜਿਹੜੇ ਪਿੰਡ ਦੇ ਲੋਕ ਨੇ, ਖਾਸ ਕਰਕੇ ਜਿਹੜੇ ਲੋਕ 10+2 ਕਰ ਲੈਂਦੇ ਨੇ ਔਰ ਜਾਂ ਯੂਨੀਵਰਸਿਟੀਆਂ 'ਚ BA ਕਰ ਲੈਂਦੇ ਨੇ, BSc ਕਰ ਲਈ, ਡਾਕਟਰ ਬਣ ਗਏ, ਇੰਜੀਨੀਅਰ ਬਣ ਗਏ, ਪਰ ਕਿਸੇ ਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਆ ਕਿ ਜਿਹੜਾ ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗੇਨਾਈਜੇਸ਼ਨ ਨੇ ਹਵਾਈ ਅੱਡੇ ਤੇ ਹਵਾਈ ਜਹਾਜ਼ਾਂ ਦੇ ਵਿੱਚ ਜਿੰਨੀਆਂ ਵੀ ਨੌਕਰੀਆਂ ਨੇ ਉਹਨਾਂ ਦੇ ਸਿਲੇਬਸ, ਉਹਨਾਂ ਦੀ ਪੜ੍ਹਾਈ ਲਿਖਾਈ ਔਰ ਉਹਨਾਂ ਦੇ ਸਟੈਂਡਰਡ ਉਹ ਤੈਅ ਕਰਦੇ ਨੇ। ਇਹ ਇੱਕ ਸੰਯੁਕਤ ਰਾਸ਼ਟਰ ਸੰਘ ਦੀ ਇੱਕ ਬੋਡੀ ਆ ਔਰ ਇਹਦੇ 192 ਮੈਂਬਰ ਨੇ। ਇਹਨਾਂ ਦੇ ਜਿਹੜੇ ਸਿਲੇਬਸ ਨੇ ਉਹ ਸਾਰੀ ਜਗ੍ਹਾ ਲਾਗੂ ਹੁੰਦੇ ਆ ਔਰ ਇਹ ਸਿਲੇਬਸ ਜਿਹੜੇ ਨੇ ਉਹ ਗਵਰਨਮੈਂਟ ਆਫ ਇੰਡੀਆ ਜਿਹੜੀ ਆ ਉਹ ਆਪਣੀ ਮਿਨਿਸਟਰੀ ਦੇ ਥਰੂ ਜਿਹੜਾ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਆਫਿਸ ਆ ਉਹਨਾਂ ਥਰੂ ਸਿਵਲ ਐਵੀਏਸ਼ਨ ਰਿਕੁਆਇਰਮੈਂਟ ਦਾ ਇੱਕ ਰੂਲ ਦੇ ਕੇ ਜਿੰਨੇ ਵੀ ਏਵੀਏਸ਼ਨ ਇੰਡਸਟਰੀ ਆ, 에ਅਰਲਾਈਨ ਹੋਣ, ਫਲਾਈਂਗ ਟ੍ਰੇਨਿੰਗ ਆਰਗੇਨਾਈਜੇਸ਼ਨ ਹੋਣ ਔਰ ਜਾਂ 에ਅਰਪੋਰਟ ਅਥਾਰਟੀ ਹੋਵੇ ਜਾਂ ਹੋਰ ਵੀ ਜਿੰਨੇ ਮਹਿਕਮੇ ਨੇ ਉਹਨਾਂ ਨੂੰ ਇਹ ਲਾਇਸੈਂਸ ਦੇ ਕੇ ਔਰ ਉਹਨਾਂ ਦੇ ਰੂਲ ਜਿਹੜੇ ਸੈੱਟ ਕਰਦੇ ਨੇ। ਕਿ ਜਿਹੜੀ ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗੇਨਾਈਜੇਸ਼ਨ ਹੈ ਜੀ, ਉਹਨਾਂ ਦੇ 19 ਇਨੈਕਸ਼ਰ ਨੇ, ਉਹ A to Z ਤੱਕ ਏਵੀਏਸ਼ਨ ਦਾ ਕਵਰ ਕਰਦੇ ਨੇ ਔਰ ਉਹਦੇ 192 ਮੈਂਬਰ ਕੰਟਰੀ ਨੇ। ਇੰਡੀਆ, ਅਸੀਂ ਵੀ ਉਹਨਾਂ ਦੇ ਮੈਂਬਰ ਕੰਟਰੀ ਹਾਂ ਔਰ ਇਹ ਜਿਹੜੇ ਵੀ ਸਿਲੇਬਸ ਜਾਂ ਜਿਹੜੇ ਵੀ ਪਾਇਲਟ ਦੇ, 에ਅਰ ਹੋਸਟਸ ਦੇ, 에ਅਰਕ੍ਰਾਫਟ ਇੰਜੀਨੀਅਰ ਦੇ, ਫਲਾਈਟ ਡਿਸਪੈਚਰ, ਰੋਸਟਰ ਸਟਾਫ,
ਗਰਾਊਂਡ ਜੋਬ, 에ਅਰਪੋਰਟ ਮੈਨੇਜਮੈਂਟ, 에ਅਰ ਟ੍ਰੈਫਿਕ ਕੰਟਰੋਲਰ, ਇਹ ਜਿੰਨੇ ਵੀ ਹੈਗੀਆਂ ਨੇ ਪੋਸਟਾਂ, ਜਿੰਨੇ ਵੀ ਨੌਕਰੀਆਂ ਨੇ, ਇਹਨਾਂ ਦੇ ਅਗਰ ਕੁਆਲੀਫਾਈਡ ਲੋਕ ਹੋਣ ਤੇ ਉਹ 192 ਮੁਲਕਾਂ 'ਚ ਕੰਮ ਕਰ ਸਕਦੇ ਆ। ਮੇਰਾ ਮਤਲਬ ਇਸ ਕਿਤਾਬ ਨੂੰ ਕੰਪਾਈਲ ਕਰਨ ਦਾ, ਜਿਹਦੇ ਵਿੱਚ ਮੈਂ ਲਿਖਿਆ ਹੈ ਕਿ ਬਈ ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗੇਨਾਈਜੇਸ਼ਨ ਦੀ ਬੈਕਗਰਾਊਂਡ, ਕਿ ਇਹ ਕਦੋਂ ਸ਼ੁਰੂ ਹੋਈ, ਇਹਦੇ ਕੀ ਰੋਲ ਨੇ, ਕਿਹੜੇ ਮੁਲਕਾਂ 'ਚ ਕੀ ਕਰਦੀ ਆ। ਜੋ ਸਾਡੇ ਮੁਲਕ ਦੇ ਵਿੱਚ ਵੀ ਇਹਨਾਂ ਦਾ ਆਡੀਟਰ ਆਉਂਦੇ ਨੇ ਔਰ ਉਹ ਦੇਖਦੇ ਨੇ ਕਿ ਜਿਹੜੇ ਇਹਨਾਂ ਦੇ ਸਟੈਂਡਰਡਸ ਸੈੱਟ ਕੀਤੇ ਨੇ ਉਹਨਾਂ ਨੂੰ ਸਰਕਾਰਾਂ, 192 ਮੁਲਕਾਂ ਦੀਆਂ ਸਰਕਾਰਾਂ ਉਹਨਾਂ ਨੂੰ ਉਹ ਮਾਨਤਾ ਦਿੰਦੀਆਂ ਕਿ ਨਹੀਂ। ਜਦੋਂ ਆਡਿਟ ਕਰਦੇ ਨੇ, ਅਗਰ ਉਹਨਾਂ ਦੀਆਂ ਕੋਈ ਫਾਈਂਡਿੰਗ ਜਾਂ ਆਬਜ਼ਰਵੇਸ਼ਨ ਹੁੰਦੀਆਂ ਨੇ ਤੇ ਹਰ ਸਰਕਾਰ ਨੂੰ ਉਹਨਾਂ ਨੂੰ ਐਡਰੈਸ ਕਰਨਾ ਜਾਂ ਉਹਨਾਂ ਨੂੰ ਕੰਪਲਾਈਂਸ 'ਚ ਲਿਆਉਣਾ ਜ਼ਰੂਰੀ ਹੁੰਦਾ। ਤੋ ਇਸ ਕਰਕੇ ਮੈਂ ਤਾਂ ਪ੍ਰਭਾਵਿਤ ਹੋਇਆ ਕਿ ਪੰਜਾਬ ਦਾ ਯੂਥ ਅੱਜ ਦੀ ਤਰੀਕ ਦੇ ਵਿੱਚ ਅਰਬਾਂ ਰੁਪਈਆ ਲਾ ਕੇ, ਜ਼ਮੀਨਾਂ ਵੇਚ ਕੇ ਜਾਂ ਤਾਂ ਬਾਹਰ ਜਾ ਰਿਹਾ, ਜਿਹੜੇ ਬਾਹਰ ਨਹੀਂ ਜਾ ਰਹੇ ਉਹ ਨਸ਼ਿਆਂ 'ਚ ਪੈ ਰਹੇ ਨੇ। ਔਰ ਹੁਣ ਦੀ ਜਿਹੜੀ ਸਰਕਾਰ ਆਈ ਆ, ਭਗਵੰਤ ਮਾਨ ਜੀ ਦੀ ਸਰਕਾਰ, ਉਹਨਾਂ ਨੇ ਕਮਿਟ ਕੀਤਾ ਕਿ ਜੀ ਅਸੀਂ ਪੰਜਾਬ ਦਾ ਜਿਹੜਾ ਯੂਥ ਆ ਉਹਨੂੰ ਬਾਹਰੋਂ ਰੋਕਣਾ। ਪਰ ਉਹਦੇ ਲਈ ਉਪਰਾਲਾ ਜਿਹੜਾ ਆ, ਇੱਕ ਉਪਰਾਲਾ ਪੰਜਾਬ ਸਰਕਾਰ ਜਾਂ ਭਗਵੰਤ ਮਾਨ ਜੀ ਇਹ ਕਰ ਸਕਦੇ ਨੇ ਕਿ ਇਹ ਏਵੀਏਸ਼ਨ ਯੂਨੀਵਰਸਿਟੀ ਜਿਹੜੀ ਆ ਉਹ ਸਟੈਂਡਰਡ ਦੀ ਖੋਲ੍ਹੀ ਜਾਵੇ, ਜਿਹਦੇ ਵਿੱਚ ਬਹੁਤ ਅੱਛੇ ਇੰਸਟਰਕਟਰ ਜਾਂ ਬੜੇ ਅੱਛੇ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਮੈਰਿਟ 'ਤੇ ਲਿਆ ਜਾਵੇ ਔਰ ਮੈਰਿਟ ਦੇ ਉੱਤੇ ਹੀ ਉਹਨਾਂ ਨੂੰ ਪੜ੍ਹਾਈ ਕਰਾਈ ਜਾਵੇ। ਉਸ ਲਿਹਾਜ਼ ਨਾਲ ਜਿਸ ਤਰੀਕੇ ਨਾਲ IT ਹਬਸ ਨੇ ਹੈਦਰਾਬਾਦ ਅਤੇ ਬੰਗਲੌਰ ਦੀਆਂ, ਉੱਥੇ ਉਹਨਾਂ ਨੂੰ ਜਿਹੜੇ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੇ, ਯੂਰਪ ਦੀਆਂ ਜਾਂ ਅਮਰੀਕਾ ਦੀਆਂ ਜਾਂ ਆਸਟ੍ਰੇਲੀਆ ਦੀਆਂ, ਉਹ IT ਸਟੂਡੈਂਟਸ ਨੂੰ ਲੈ ਜਾਂਦੀਆਂ ਕਿਉਂਕਿ ਉਹਨਾਂ ਦੀ ਕੁਆਲਿਟੀ ਬੜੀ ਅੱਛੀ ਆ। ਇਸ ਕਰਕੇ ਜਿਹੜੇ ਵੀ ਪੰਜਾਬ ਸਰਕਾਰ ਜਿਹੜੀ ਆ, ਅਗਰ ਉਹ ਜਿਸ ਤਰ੍ਹਾਂ ਹੁਣ ਘਰ ਯੂਨੀਵਰਸਿਟੀਆਂ ਬਣੀਆਂ, ਹਰ ਡਿਸਟ੍ਰਿਕਟ ਦੇ ਵਿੱਚ ਯੂਨੀਵਰਸਿਟੀ ਆ, ਬਟ ਏਵੀਏਸ਼ਨ ਯੂਨੀਵਰਸਿਟੀ ਨੂੰ ਸਾਰੇ ਮੁਲਕ ਦੇ ਵਿੱਚ ਇਨਕਰੇਜ ਕਰਨਾ ਚਾਹੀਦਾ, ਖਾਸ ਕਰਕੇ ਪੰਜਾਬ ਦੇ ਵਿੱਚ, ਤਾਂ ਕਿ ਜਿਹੜੇ ਇਹ ਜਿਹੜੇ ਯੂਥ ਆ ਉਹ ਇਹਨਾਂ ਡਿਗਰੀਆਂ ਨੂੰ, ਇਹਨਾਂ ਡਿਪਲੋਮਿਆਂ ਨੂੰ ਹਾਸਲ ਕਰਕੇ ਹਿੰਦੁਸਤਾਨ 'ਚ ਵੀ ਔਰ ਬਾਹਰਲੇ 192 ਮੁਲਕਾਂ ਦੇ ਵਿੱਚ ਵੀ ਨੌਕਰੀ ਕਰ ਸਕਦੇ ਹੋ। ਤਾਂ ਪ੍ਰਵੀਨ ਜੀ, ਇਹ ਜੋ ਬੁੱਕ ਤੁਹਾਡੇ ਦੁਆਰਾ ਤਿਆਰ ਕੀਤੀ ਗਈ ਹੈ, ਇਸ ਬੁੱਕ ਦੇ ਵਿੱਚ ਜਿਹੜੀਆਂ ਜੌਬਸ ਨੇ, ਉਹ ਜੌਬਸ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ +2 ਤੋਂ ਬਾਅਦ ਜਿਹੜਾ ਬੱਚਾ +2 ਕਰਦਾ, ਉਸ ਤੋਂ ਬਾਅਦ ਉਹ ਇਹ ਡਿਪਲੋਮਾ ਡਿਗਰੀ ਕਰ ਸਕਦਾ। ਜੇਕਰ ਇਹਨਾਂ ਦੀ ਸੈਲਰੀ ਦੀ ਗੱਲ ਕੀਤੀ ਜਾਵੇ ਤਾਂ ਸੈਲਰੀ ਕਿੰਨੀ ਕੁ ਮਿਲ ਸਕਦੀ ਹੈ? ਦੇਖੋ ਜੀ, ਮੈਂ ਦੱਸਾਂ ਇਹਦੇ ਵਿੱਚ ਮੈਂ ਲਿਖਿਆ ਜੀ ਏਵੀਏਸ਼ਨ ਕੋਰਸਿਸ ਜਿਹੜੇ ਨੇ ਉਹ ਕਿਹੜੇ ਨੇ ਔਰ ਕਿੰਨੀ ਸੈਲਰੀ, ਕਿੰਨੀਆਂ ਜੌਬਸ ਨੇ। ਪਰ ਮੋਟੇ ਤੌਰ 'ਤੇ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਜੀ ਕਿ ਜਿਹੜੀਆਂ 10+2 ਕਰਕੇ ਇਹ ਜੌਬਸ ਮਿਲ ਸਕਦੀਆਂ ਨੇ। ਏਅਰਪੋਰਟ ਦੇ ਵਿੱਚ ਗਰਾਊਂਡ ਜੌਬਸ ਨੇ, ਏਅਰਪੋਰਟ ਮੈਨੇਜਮੈਂਟ ਦੀਆਂ ਜੌਬਸ ਨੇ, ਔਰ ਏਅਰ ਟਿਕਟਿੰਗ ਦੀ ਵੀ ਹੈਗੀ ਆ ਜੌਬ, ਚੈੱਕ ਇਨ ਦਾ ਆ, ਰੈਂਟ ਸਟਾਫ ਦਾ ਆ, ਔਰ ਪਾਇਲਟ ਵੀ ਆ, ਏਅਰ ਹੋਸਟਸ ਵੀ। ਉਹਦੇ ਸਾਰਿਆਂ ਦੇ ਇਹਦੇ ਵਿੱਚ ਸਾਰਾ ਦੱਸਿਆ ਹੈ ਵੀ ਇਹ ਕਿਹੜਾ ਆ। ਇਹ ਜਿਹੜੀਆਂ ਜੌਬਸ ਨੇ, ਇਹ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਜਾਂ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਦਾ ਜਿਹੜਾ ਰੂਲ ਬਣਾ ਕੇ ਰੈਗੂਲੇਟ ਕੀਤਾ ਇੱਕ ਉਹਦੇ ਸਟੈਂਡਰਡ ਦੇ ਰਿਕਮੈਂਡੇਸ਼ਨ ਦੇ ਮੁਤਾਬਕ, ਉਹ ਸਾਰਾ ਮੈਂ ਕੰਪਾਈਲੇਸ਼ਨ ਕੀਤੀ ਹੈ। ਗਵਰਨਮੈਂਟ ਆਫ ਇੰਡੀਆ ਦੀ ਵੀ ਕੰਪਾਈਲੇਸ਼ਨ ਕੀਤੀ ਹੈ ਕਿ ਪਾਇਲਟ ਲਈ ਸ਼ੁਰੂ ਤੋਂ ਲੈ ਕੇ ਏਅਰਲਾਈਨ ਟਰਾਂਸਪੋਰਟ ਪਾਇਲਟ ਲਾਇਸੈਂਸ ਤੱਕ ਕਿਵੇਂ ਕਰਨਾ, ਸਟਿਊਅਰਡ ਜਾਂ ਜਿਹੜੀ ਏਅਰ ਹੋਸਟਸ ਹੈ ਉਹਨਾਂ ਕੀ ਕਰਨਾ, ਏਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰ ਨੇ ਕੀ ਕਰਨਾ, ਕਿਹੜੀਆਂ ਇੰਸਟੀਟਿਊਸ਼ਨਸ ਨੇ। ਮੈਂ ਅੱਜ ਦੀ ਤਰੀਕ ਦੇ ਵਿੱਚ ਸਿਮੂਲੇਟਰ ਫਲਾਈਟ ਇੰਸਟਰਕਟਰ ਹਾਂ ਜੀ। ਬੋਇੰਗ 737 ਤੇ ਮੈਂ ਕੰਮ ਕਰਦਾ ਫਲਾਈਟ ਸਿਮੂਲੇਟਰ ਟ੍ਰੇਨਿੰਗ ਸੈਂਟਰ ਗੁੜਗਾਉਂ। ਉਹ ਇੱਕ ਗਵਰਨਮੈਂਟ ਆਫ ਇੰਡੀਆ ਦੀ ਅਪਰੂਵਡ ਟ੍ਰੇਨਿੰਗ ਆਰਗੇਨਾਈਜੇਸ਼ਨ ਹੈ ਔਰ ਉਹਨਾਂ ਦੀਆਂ 2 FTOs ਨੇ, ਫਲਾਈਂਗ ਟ੍ਰੇਨਿੰਗ ਆਰਗੇਨਾਈਜੇਸ਼ਨ। ਅਗਰ ਕੋਈ ਇੱਥੇ ਵੀ ਕਰਨਾ ਚਾਹਵੇ, ਇੰਡੀਆ 'ਚ ਵੀ ਕਰ ਸਕਦਾ, ਕਿਉਂਕਿ ਪਹਿਲੋਂ ਇਹ ਫੈਸਿਲਿਟੀ ਇੰਡੀਆ 'ਚ ਨਹੀਂ ਸੀ ਹੁੰਦੀ। ਮੈਂ 2004 ਦੇ ਵਿੱਚ ਕੈਨੇਡੀਅਨ ਰੀਜਨਲ ਜੈਟ ਦੇ ਵਿੱਚ ਟ੍ਰੇਨਿੰਗ ਕਰਨ ਲਈ ਮੈਂ ਹਾਲੈਂਡ 'ਚ ਗਿਆ ਸੀਗਾ, ਕਿਉਂਕਿ ਇੰਡੀਆ 'ਚ ਨਹੀਂ ਸੀ ਹੈਗੀ ਫੈਸਿਲਿਟੀ ਉੱਥੇ ਸੀ। ਬੋਇੰਗ ਦੀ ਟ੍ਰੇਨਿੰਗ ਕਰਨਾ ਮੈਂ ਗਿਆ ਸੀਗਾ ਜੀ ਲੰਡਨ। ਅੱਜ ਦੀ ਡੇਟ ਦੇ ਵਿੱਚ ਕਿਸੇ ਵੀ ਪਾਇਲਟ ਨੇ, ਏਅਰ ਹੋਸਟਸ ਨੇ, ਜਾਂ ਉਹਨਾਂ ਨੇ ਬੋਇੰਗ 'ਤੇ ਜਾਂ ਛੋਟੇ ਜਹਾਜ਼ 'ਤੇ, ATR 'ਤੇ, ਬੰਬਾਰਡੀਅਰ 'ਤੇ, ਏਅਰਬਸ 'ਤੇ ਟ੍ਰੇਨਿੰਗ ਕਰਨੀ ਹੋਵੇ ਤਾਂ ਉਹ ਸਾਰੀ ਟ੍ਰੇਨਿੰਗ ਜਿਹੜੀ ਆ ਇੰਡੀਆ ਦੇ ਵਿੱਚ ਮੁਹੱਈਆ ਕਰਾਈ ਜਾ ਸਕਦੀ ਆ। ਮੇਰਾ ਟੈਲੀਫੋਨ ਨੰਬਰ ਹੈਗਾ ਜੀ 9873457897 ਔਰ ਮੈਨੂੰ ਅਗਰ ਕੋਈ ਯੂਥ ਸੰਪਰਕ ਕਰਨਾ ਚਾਹਵੇ ਤੇ ਉਹ ਹੈਗਾ ਜੀ, ਮੇਰੀ ਈਮੇਲ ਐਡਰੈਸ ਹੈਗਾ parveen.singh@yahoo.com PARVEN ਸਿੰਘ TUNG@yahoo.com। ਪਰ ਮੈਂ ਇਹ ਕਿਤਾਬ ਜਿਹੜੀ ਤਿਆਰ ਕੀਤੀ ਆ, ਇਹ ਅਜੇ ਪਬਲਿਸ਼ ਨਹੀਂ ਹੋਈ। ਇਹ ਸਿਰਫ ਮੈਂ ਸਰਕਾਰਾਂ ਲਈ ਜਾਂ NGO ਲਈ ਜਾਂ ਯੂਨੀਵਰਸਿਟੀਜ਼ ਲਈ, ਅਗਰ ਉਹ ਇਹ ਕਿਤਾਬ ਨੂੰ ਇਸਤੇਮਾਲ ਕਰਨਾ ਚਾਹੁਣ
ਜਿਹੜੀ ਕਿ ਇਹ ਡਾਕੂਮੈਂਟ ਜਿਹੜੀ ਆ ਇਹ ਡਾਕੂਮੈਂਟ ਰੈਗੂਲੇਟਰੀ ਪੁਆਇੰਟ ਆਫ ਵਿਊ ਨਾਲ ਹੈਗਾ ਆ। ਔਰ ਮੇਰੀ ਇੱਕ ਬੇਨਤੀ ਆ ਚੀਫ ਮਿਨਿਸਟਰ ਸਾਹਿਬ ਨੂੰ, ਸਰਦਾਰ ਭਗਵੰਤ ਸਿੰਘ ਮਾਨ ਨੂੰ, ਜਿਹੜੇ ਬਹੁਤ ਸੀਰੀਅਸ ਨੇ ਕਿ ਮੈਂ ਪੰਜਾਬ ਦਾ ਯੂਥ ਬਾਹਰ ਨਹੀਂ ਜਾਣ ਦੇਣਾ। ਸੋ ਮਾਨ ਸਾਹਿਬ, ਅਗਰ ਤੁਸੀਂ ਯੂਥ ਨੂੰ ਰੋਕਣਾ ਆ ਤੇ ਯੂਨੀਵਰਸਿਟੀਆਂ ਜਿੰਨੀਆਂ ਆ ਸਟੈਂਡਰਡ ਦੀਆਂ ਬੜੀਆਂ ਅੱਛੀਆਂ ਯੂਨੀਵਰਸਿਟੀਆਂ ਜਿਹੜੀਆਂ ਆ ਉਹਨਾਂ ਨੂੰ ਪੰਜਾਬ 'ਚ ਵੀ ਸੈਟਅਪ ਕਰੋ। ਹਿੰਦੁਸਤਾਨ ਦੇ ਅਲੱਗ-ਅਲੱਗ ਕੋਨਿਆਂ ਦੇ ਵਿੱਚ ਵੀ ਸੈਟਲ ਹੋ ਸਕਦੀਆਂ ਨੇ ਔਰ ਉੱਥੋਂ ਯੂਥ ਪੰਜਾਬ ਦੇ ਵਿੱਚ ਵੀ ਨੌਕਰੀ ਲੈ ਸਕਦਾ ਆ। ਪਰ ਜੇ ਉਹਦੇ ਸਟੈਂਡਰਡ ਅੱਛੇ ਹੋਣਗੇ, ਜਿਸ ਤਰ੍ਹਾਂ IT ਹਬਸ ਦੇ ਸਟੈਂਡਰਡ ਨੇ, ਤੇ ਉਹ ਦੁਨੀਆ ਦੇ ਵਿੱਚ 192 ਮੁਲਕਾਂ ਦੇ ਵਿੱਚ ਕਿਤੇ ਵੀ ਜਾ ਕੇ ਵਾਈਟ ਕਾਲਰ ਜੌਬ ਜਿਹੜੀ ਆ ਉਹ ਲੈ ਸਕਦੇ ਆ। ਇਸ ਕਰਕੇ ਅੱਜ ਤੱਕ ਜਿਹੜੀਆਂ ਹਵਾਈ ਅੱਡੇ ਜਾਂ ਹਵਾਈ ਜਹਾਜ਼ਾਂ ਦੀਆਂ ਨੌਕਰੀਆਂ ਨੇ ਉਹ ਚੰਦ ਪਰਿਵਾਰਾਂ ਤੱਕ ਜਿਹੜੇ ਸਹਿੰਦੇ ਪੈਂਦੇ ਨੇ, ਜਿਨ੍ਹਾਂ ਕੋਲ ਪੈਸਾ ਧੇਲਾ ਜਾਂ ਜਾਣ ਪਛਾਣ ਹੈ, ਉਹ ਕਰ ਸਕਦੇ ਨੇ। ਮੈਂ ਚਾਹੁੰਦਾ ਹਾਂ ਕਿ ਜਿਹੜਾ ਪਿੰਡ ਦਾ ਆਮ ਸਧਾਰਨ ਬੱਚਾ ਹੈ, ਅਗਰ ਉਹਦੇ ਵਿੱਚ ਲਿਆਕਤ ਹੈਗੀ ਆ, ਅਗਰ ਉਹ ਪਾਇਲਟ ਬਣਨਾ ਚਾਹੁੰਦਾ ਹੈ, ਅਗਰ ਉਹ ਜਹਾਜ਼ ਦਾ ਇੰਜੀਨੀਅਰ ਬਣਨਾ ਚਾਹੁੰਦਾ ਜਾਂ ਏਅਰਪੋਰਟ 'ਤੇ ਨੌਕਰੀ ਕਰਨਾ ਚਾਹੁੰਦਾ, ਉਹਨੂੰ ਸਰਕਾਰਾਂ ਜਾਂ ਜਿੰਨੀਆਂ ਪਾਰਟੀਆਂ ਨੇ ਜਾਂ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਜਾਂ NRI ਨੇ, ਉਹਨਾਂ ਨੂੰ ਫੈਸਿਲੀਟੇਟ ਕਰਕੇ ਉਹਨਾਂ ਦੇ ਜਿਹੜੇ ਸੁਪਨੇ ਆ ਉਹ ਪੂਰੇ ਕਰਨ, ਤਾਂ ਕਿ ਯੂਥ ਜਿਹੜਾ ਆ ਉਹ ਬਾਹਰ ਨਾ ਜਾਵੇ ਜਾਂ ਨਸ਼ਿਆਂ 'ਚ ਨਾ ਲੱਗੇ। ਮੇਰਾ ਇਹੋ ਹੀ ਮਕਸਦ ਹੈ ਔਰ ਇਹ ਅਪੀਲ ਆ ਪ੍ਰਧਾਨ ਮੰਤਰੀ ਤੱਕ ਵੀ ਔਰ ਖਾਸ ਕਰਕੇ ਚੀਫ ਮਿਨਿਸਟਰ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ। ਤਾਂ ਪ੍ਰਵੀਨ ਜੀ, ਜੇਕਰ ਇਹ ਕਿਤਾਬ ਦੀ ਗੱਲ ਕੀਤੀ ਜਾਵੇ ਤਾਂ ਕਿੰਨਾ ਸਮਾਂ ਲੱਗ ਗਿਆ ਤੁਹਾਨੂੰ ਇਸ ਕਿਤਾਬ ਨੂੰ ਤਿਆਰ ਕਰਨ ਲੱਗਿਆਂ? ਦੇਖੋ ਜੀ, ਮੈਨੂੰ ਆਲਮੋਸਟ 5 ਤੋਂ 6 ਮਹੀਨੇ ਲੱਗ ਗਏ ਆ, ਜਿਹਦੇ ਵਿੱਚ ਮੈਂ ਇੱਕ ਉਹਦਾ ਜਿਹੜਾ ਡਾਕੂਮੈਂਟ ਆ ਉਹਦੇ ਵਿੱਚ ਸਾਰੇ ਇਨੈਕਸ਼ਨ ਜਿਹੜੇ ਨੇ 19 ਇਨੈਕਸ਼ਨ ਉਹ ਡਾਊਨਲੋਡ ਕਰਕੇ ਉਹਨਾਂ ਦਾ ਮੈਂ ਦੱਸਿਆ ਕਿ ਉਹ ਕਿਹੜੀ ਚੀਜ਼ ਕਵਰ ਕਰਦੀ ਆ ਏਵੀਏਸ਼ਨ ਦੇ ਵਿੱਚ। ਫਿਰ ਮੈਂ ਏਵੀਏਸ਼ਨ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਹਵਾਈ ਜਹਾਜ਼ ਕੀ ਆ, ਕਿਸ ਤਰ੍ਹਾਂ ਉੱਡਦਾ, ਇਹਦੀ ਮੈਂ ਬੈਕਗਰਾਊਂਡ 'ਤੇ ਗਿਆ ਏਵੀਏਸ਼ਨ ਹਿਸਟਰੀ ਦੇ ਵਿੱਚ ਕਿ 400 BC ਤੋਂ ਲੈ ਕੇ 1600 ਤੋਂ ਲੈ ਕੇ ਕਿਵੇਂ ਲੋਕਾਂ ਨੇ ਹਿੰਮਤ ਕੀਤੀ, ਹਵਾਈ ਜਹਾਜ਼ ਤੱਕ ਆਏ ਔਰ ਰਾਕਟ ਤੱਕ ਪਹੁੰਚੇ, ਉਹਦੀ ਸਾਰੀ ਇਨਫੋਰਮੇਸ਼ਨ ਇਹਦੇ ਵਿੱਚ ਕੰਪਾਈਲ ਕੀਤੀ ਆ। ਫਿਰ 10+2 ਤੋਂ ਬਾਅਦ ਕਿਹੜੀਆਂ ਕੁਆਲੀਫਿਕੇਸ਼ਨ ਅਤੇ ਕਿੰਨੀਆਂ ਸੈਲਰੀ, ਜੋਬ ਐਵਨਿਊਜ਼ ਕਿੱਥੇ ਆ ਔਰ ਕਿਹੜੀਆਂ ਇੰਸਟੀਟਿਊਸ਼ਨਸ ਨੇ ਉੱਥੇ ਕੀਤੀਆਂ ਨੇ। ਪਰ ਇੰਟਰਨੈਸ਼ਨਲ ਲੈਵਲ ਦੀ ਯੂਨੀਵਰਸਿਟੀ ਜਿਹੜੀ ਆ ਜਾਂ ਇੰਸਟੀਟਿਊਟ ਆ ਉਹ ਕੋਈ ਨਹੀਂ ਹੈਗੀ, ਉਹ ਸਿਰਫ ਇੰਦਰਾ ਗਾਂਧੀ ਰਾਸ਼ਟਰੀ ਉਡਾਨ ਅਕੈਡਮੀ ਆ। ਔਰ ਉਹਦੇ ਲੈਵਲ 'ਤੇ ਅਗਰ ਜਿਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਆ ਜਾਂ ਭਗਤ ਸਿੰਘ ਯੂਨੀਵਰਸਿਟੀ ਜਾਂ ਹੋਰ ਵੀ ਕਿਸੇ ਵੀ ਧਾਰਮਿਕ ਗੁਰੂ ਦੇ ਨਾਂ 'ਤੇ, ਪੀਰ ਦੇ ਨਾਂ 'ਤੇ, ਅਵਤਾਰ ਦੇ ਨਾਂ 'ਤੇ, ਕਿਸੇ ਮਸ਼ਹੂਰ ਬੰਦੇ ਦੇ ਨਾਂ 'ਤੇ ਤੁਸੀਂ ਬਣਾਉਣੀ ਚਾਹੋ ਅਤੇ ਤੁਸੀਂ ਉਹ ਦੇਖੋ ਇੱਕ ਮੋਟੀਵੇਸ਼ਨ ਹੋਵੇ ਉਹਨਾਂ ਲਈ ਕਿ ਬਈ ਇਹ ਜਿਹੜੀ ਆ ਇਹ ਯੂਨੀਵਰਸਿਟੀ ਜਿਹੜੀ ਹੈ ਇੱਥੋਂ ਅਸੀਂ ਜਿਹੜੀਆਂ ਨੌਕਰੀਆਂ ਹਾਸਲ ਕਰਦੇ ਹਾਂ। ਕੋਈ ਵੀ ਅੱਛਾ ਬੱਚਾ ਜਿਹੜਾ ਆ, ਕੋਈ ਦੂਨ ਸਕੂਲ ਦਾ ਪੜ੍ਹਿਆ, ਦੂਜਾ ਕਹਿੰਦਾ ਉਹ ਮਾਣ ਕਰਦਾ ਆ, ਕੋਈ ਜਿਸਨਾਵਰ ਦਾ ਪੜ੍ਹਿਆ ਮਾਣ ਕਰਦਾ, ਕੋਈ ਲੰਡਨ 'ਚੋਂ ਕੈਂਬਰਿਜ ਦਾ ਪੜ੍ਹਿਆ ਮਾਣ ਕਰਦਾ। ਇਹੋ ਜਿਹਾ ਯੂਨੀਵਰਸਿਟੀ ਹੋਵੇ ਜਿਹਦੇ ਵਿੱਚ ਰਹਿੰਦੀ ਦੁਨੀਆ ਤੱਕ ਮਾਣ ਕਰਨ ਔਰ ਇਹ ਮਾਨ ਸਾਹਿਬ ਨੂੰ ਕ੍ਰੈਡਿਟ ਜਾਊਗਾ ਕਿ ਜੀ ਹਾਂ ਯੂਨੀਵਰਸਿਟੀ ਬਣੀ ਸੀ, ਇਹਦੇ ਸਾਰੀ ਦੁਨੀਆ ਦੇ ਵਿੱਚ ਲੋਕ ਜਿਹੜੇ ਨੇ ਉਹ ਸਾਰੀ ਦੁਨੀਆ ਦੇ ਲੋਕ ਐਵੀਏਸ਼ਨ ਇੰਡਸਟਰੀ ਦੇ, ਏਅਰਲਾਈਨਾਂ ਦੇ, ਉਹ ਪੰਜਾਬ ਦੇ ਵਿੱਚ ਆਣ ਕੇ ਤੇ ਉਹ ਆਪਣੇ ਭਰਤੀ ਕਰਨ ਲਈ ਇੱਥੇ ਆ ਰਹੇ ਨੇ। ਉਹ ਇੱਕ ਬੜੀ ਮਾਣ ਦੀ ਗੱਲ ਹੋਊਗੀ। ਜੇਕਰ ਤੁਹਾਡੀ ਜ਼ਿੰਦਗੀ ਦੇ ਝਾਤ ਮਾਰੀਏ ਤਾਂ ਤੁਹਾਡੇ ਜ਼ਿਹਨ ਦੇ ਵਿੱਚ ਕਿਸ ਤਰ੍ਹਾਂ ਆਇਆ ਕਿ ਪਾਇਲਟ ਬਣਿਆ ਜਾਵੇ? ਕਿ ਛੋਟੇ ਜਿਹੇ ਹੁੰਦੇ ਤਾਂ ਸੋਚਿਆ ਸੀ, ਬਚਪਨ ਦੇ ਵਿੱਚ ਇਹ ਗੱਲ ਸੋਚ ਲਈ ਸੀ ਕਿ ਮੈਂ ਪਾਇਲਟ ਬਣਨਾ, ਜਾਂ ਤੁਹਾਡੇ ਮਾਪਿਆਂ ਦੁਆਰਾ ਤੁਹਾਨੂੰ ਜਿਹੜਾ ਇਸ ਤਰਫ ਮੋੜਿਆ ਗਿਆ? ਨਹੀਂ ਜੀ, ਮੈਂ ਤਾਂ ਸਧਾਰਨ ਪਰਿਵਾਰ ਦੇ ਵਿੱਚੋਂ ਹਾਂ। ਮੇਰੇ ਪਿਤਾ ਜੀ, ਮਾਤਾ ਜੀ, ਸਾਡੀ ਥੋੜ੍ਹੀ ਬਹੁਤ ਜ਼ਮੀਨ ਸੀਗੀ, ਪਿੰਡ ਤੋਂਗਿਆ ਇੱਥੇ। ਬਟ ਉਹ ਹੁੰਦਾ ਨਾ ਬਚਪਨ ਦੇ ਵਿੱਚ ਇੱਕ ਸ਼ੌਂਕ ਹੁੰਦਾ। ਵੈਸੇ ਤਾਂ ਉਹ ਕਹਿੰਦੇ ਆ ਜੀ ਵੀ ਕਿਸਮਤ ਲਿਖੀ ਜਾਂਦੀ ਆ ਹਰ ਜੰਮਦੇ ਬੱਚੇ ਨੂੰ ਹੀ। ਪਰ ਜਦੋਂ ਅਸੀਂ ਬਚਪਨ 'ਚ ਹੁੰਦੇ ਸੀ, ਪਿੰਡਾਂ 'ਚ ਭੱਜਦੇ ਨੱਠਦੇ ਸੀ, ਜਦੋਂ ਕਿਤੇ ਜਹਾਜ਼ ਨੇ ਲਾਗੋਂ ਕਿਤੇ ਜਾਣਾ ਤਾਂ ਅਸੀਂ ਸਾਰੇ ਬੱਚਿਆਂ ਨੇ ਭੱਜ ਕੇ ਚਲੇ ਜਾਣਾ ਵੀ ਅਸੀਂ ਜਹਾਜ਼ ਨੂੰ ਫੜ ਲਈਏ ਜਾਂ ਜਹਾਜ਼ ਦੇ ਨਾਲ ਰੇਸ ਲਾਉਣੀ। ਤਾਂ ਉਹ ਇੱਕ ਬਚਪਨ ਦਾ ਸ਼ੌਂਕ ਸੀਗਾ। ਬਾਅਦ ਦੇ ਵਿੱਚ ਸੰਨ 71 ਦੇ ਵਿੱਚ ਮੈਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ NCC ਏਅਰ ਵਿੰਗ ਜੁਆਇਨ ਕਰ ਲਈ ਅਤੇ ਉਹਨਾਂ ਨੇ ਮੈਨੂੰ NCC ਏਅਰ ਵਿੰਗ ਦੇ ਵਿੱਚ ਕੋਈ ਚੰਦ ਉਹਨਾਂ ਨੇ ਸਟੂਡੈਂਟ ਸਿਲੈਕਟ ਕੀਤੇ ਜਿਨ੍ਹਾਂ 'ਚੋਂ ਮੇਰਾ ਨੰਬਰ ਵੀ ਆ ਗਿਆ ਅਤੇ ਮੈਨੂੰ ਸੋਲੋ ਮਿਲ ਗਈ ਜਹਾਜ਼ ਦੇ ਵਿੱਚ। ਅਤੇ ਮੈਂ ਉਸ ਤੋਂ ਬਾਅਦ 60 ਘੰਟੇ ਉਹਨਾਂ ਮੈਨੂੰ ਕਰਾਤੀ ਅਤੇ ਬਾਅਦ ਦੇ ਵਿੱਚ ਪਰਮਾਤਮਾ ਨੇ ਕੀਤੀ ਅਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਇਸ ਤਰੀਕੇ ਨਾਲ ਮੇਰਾ ਸਫ਼ਰ 40-45 ਸਾਲ ਦਾ ਬੀਤਿਆ। ਪਰ ਮੈਂ ਇਹ ਸੋਚਦਾ ਕਿ ਜਦੋਂ ਜਿਹੜੇ ਮੇਰੇ ਸੁਪਨੇ ਸੀ, ਅਗਰ ਮੈਂ ਭੱਜ ਕੇ ਜਹਾਜ਼ ਨੂੰ ਅਤੇ ਆਪਣੇ ਸੁਪਨੇ ਪੂਰੇ ਕੀਤੇ ਆ ਔਰ ਮੈਨੂੰ ਬਹੁਤ ਹੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜੀ। ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਕਿਉਂਕਿ ਮੇਰੀ ਕੋਈ ਸਿਫਾਰਿਸ਼ ਨਹੀਂ ਸੀ, ਮੇਰਾ ਕੋਈ ਰਿਸ਼ਤੇਦਾਰ ਕੋਈ ਵੱਡਾ ਅਫਸਰ ਨਹੀਂ ਸੀ। ਪਰ ਫਿਰ ਵੀ ਆਪਣੀ ਮਿਹਨਤ ਦਾ ਸਦਕਾ ਜਾਂ ਪਰਮਾਤਮਾ ਦੀ ਮਿਹਰ ਨਾਲ ਜਾਂ ਮੇਰੇ ਮਾਂ ਪਿਓ ਦੀਆਂ ਅਰਦਾਸਾਂ ਨਾਲ ਮੈਂ ਇਹ ਸਾਰਾ ਹਾਸਲ ਕੀਤਾ ਹੈ। ਅਤੇ ਹੁਣ ਰਿਟਾਇਰਮੈਂਟ ਤੋਂ ਬਾਅਦ ਮੈਂ ਸੋਚਿਆ ਕਿ ਅਗਰ ਮੈਂ 45 ਸਾਲ ਦਾ ਤਜਰਬਾ ਇਸ ਕਿਤਾਬ 'ਚ ਲਿਖ ਕੇ ਪੰਜਾਬ ਦੇ ਯੂਥ ਨੂੰ ਜਾਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹਾਂ ਕਿ ਵੀ ਇਹ ਕਰੋ, ਤਾਂ ਮੈਂ ਉਹਨਾਂ ਦੀ ਅਜੇ ਵੀ ਐਜ਼ ਐਡਵਾਈਜ਼ਰ ਹੈਲਪ ਕਰਨ ਨੂੰ ਤਿਆਰ ਹਾਂ। ਕਿਉਂਕਿ ਇਹ ਨਹੀਂ ਕਿ ਪੰਜਾਬ ਸਰਕਾਰ ਦੇ ਵਿੱਚ ਇਸ ਮਹਿਕਮੇ ਦੇ ਲੋਕ ਨਹੀਂ, ਜਦੋਂ ਤੱਕ ਸਰਕਾਰ ਬਣੀ ਆ ਉਦੋਂ ਦੇ ਵੀ ਹਵਾਈ ਜਹਾਜ਼ਾਂ ਦੇ ਮਹਿਕਮੇ ਦੇ ਵਿੱਚ ਰਹੇ ਨੇ, ਐਡਵਾਈਜ਼ਰ ਰਹੇ ਨੇ,
ਪਾਇਲਟ ਰਹੇ ਨੇ, ਦੂਜੇ ਰਹੇ ਨੇ। ਪਰ ਜੇ ਇਹ ਜਿਹੜਾ ਸਟੈਂਡਰਡ ਬਹੁਤ ਵੱਡੇ ਹੁੰਦੇ ਤੇ ਪਹਿਲੋਂ ਪੰਜਾਬ ਦਾ ਯੂਥ ਜਿਹੜਾ ਆ, ਪਹਿਲੋਂ ਪੰਜਾਬੀ ਜਿਹੜੇ ਨੇ, ਖਾਸ ਕਰਕੇ ਪੰਜਾਬੀ, ਉਹ ਪਾਇਲਟ ਬੜੇ ਬੜੇ ਨੇ, ਉਹ ਸਾਰੀ ਦੁਨੀਆ ਦੇ ਵਿੱਚ ਫਲਾਈ ਕਰ ਰਹੇ। ਕੋਈ ਸਿੰਗਾਪੁਰ 'ਚ ਵੀ ਮੇਰੇ ਜਿਹੜੇ ਸਟੂਡੈਂਟ ਨੇ ਉਹ ਫਲਾਈ ਕਰ ਰਹੇ ਨੇ, ਗਲਫ ਦੇ ਵਿੱਚ ਕਰ ਰਹੇ ਨੇ, ਯੂਰਪ 'ਚ ਕਰ ਰਹੇ ਆ, ਅਮਰੀਕਾ ਕੈਨੇਡਾ 'ਚ ਕਰ ਰਹੇ ਆ। ਸੋ ਇਹ ਸੁਪਨੇ ਜਿਹੜੇ ਆ ਸਾਰੇ ਪੂਰੇ ਹੋ ਸਕਦੇ ਆ। ਇੱਕ ਵਿਲ ਦੀ ਲੋੜ ਆ। ਔਰ ਜਿਹੜਾ ਗਰੀਬ ਤਬਕਾ ਆ, ਮੇਰਾ ਮਤਲਬ ਕਿਸੇ ਜਾਤ ਬਰਾਦਰੀ ਤੋਂ ਨਹੀਂ, ਮੇਰਾ ਮਤਲਬ ਹੈਗਾ ਸਿਰਫ ਇੱਕ ਇਕਨੋਮਿਕ ਲੈਵਲ 'ਤੇ ਕਿ ਜਿਹੜਾ ਕੋਈ ਬੱਚਾ ਆ ਪਿੰਡ 'ਚ ਪੈਦਾ ਹੋਇਆ, ਅਗਰ ਉਹਨਾਂ ਨੂੰ ਬਿਲੋ ਪਾਵਰਟੀ ਲਾਈਨ ਆ ਪਰ ਉਹ ਇੰਟੈਲੀਜੈਂਟ ਆ, ਉਹ ਕੁਝ ਕਰ ਸਕਦਾ। ਇਹ ਸਰਕਾਰਾਂ ਦਾ ਕੰਮ ਹੈ ਉਹਨਾਂ ਨੂੰ ਉੱਤੇ ਲਿਆ ਕੇ, ਔਰ ਜਾਂ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਜਾਂ NRI ਵੀਰ ਨੇ, ਉਹ ਹੈਲਪ ਕਰਕੇ ਉਹਨਾਂ ਦਾ ਸੁਪਨੇ ਪੂਰੇ ਕਰ ਸਕਦੀਆਂ। ਤੋ ਇਹ ਜਿਹੜੇ ਯੂਥ ਦੇ, ਪਿੰਡਾਂ ਦੇ ਲੋਕਾਂ ਦੇ ਸੁਪਨੇ ਪੂਰੇ ਹੋਣ, ਇਹ ਮੇਰੀ ਅਰਦਾਸ ਔਰ ਇਹ ਮੇਰੀ ਐਫਰਟ ਹੈ। ਤਾਂ ਪ੍ਰਵੀਨ ਜੀ, ਜਦੋਂ ਸਭ ਤੋਂ ਪਹਿਲਾਂ ਤੁਸੀਂ ਜਹਾਜ਼ ਜ਼ਿੰਦਗੀ ਦੇ ਵਿੱਚ ਉਡਾਉਂਦੇ ਹੋ, ਕਿਸ ਤਰ੍ਹਾਂ ਦੀ ਫੀਲਿੰਗ ਸੀ? ਸਭ ਤੋਂ ਪਹਿਲਾਂ ਸ਼ੇਅਰ ਕਿਸ ਨਾਲ ਕੀਤਾ ਤੁਸੀਂ? ਹਾਂ, ਮੈਂ ਜੀ ਕੁੱਲੂ ਦੇ ਵਿੱਚ ਜਹਾਜ਼ ਉਡਾਇਆ ਸੀਗਾ ਔਰ ਮੈਨੂੰ ਪਟਿਆਲੇ ਦੇ ਵਿੱਚ ਇਕੱਲੇ ਜਹਾਜ਼ ਉਡਾਉਣ ਦਾ ਮੌਕਾ ਮਿਲਿਆ ਸੀ। ਤੇ ਜਦੋਂ ਮੈਨੂੰ ਇੰਸਟ੍ਰਕਟਰ ਨੇ ਸਾਰਾ ਟ੍ਰੇਨ ਕਰਕੇ ਉਹਨੇ ਵੇਖਿਆ ਕਿ ਮੈਂ ਸੇਫਲੀ ਜਹਾਜ਼ ਉਡਾ ਕੇ ਵਾਪਸ ਆ ਸਕਦਾ ਤਾਂ ਉਹਨੇ ਮੈਨੂੰ ਭੇਜਿਆ। ਤੇ ਬੜਾ ਇੱਕ ਬੜਾ ਅਜੀਬ ਜਿਹਾ ਖੁਸ਼ੀ ਸੀ, ਜਿਹੜੀ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਪਰ ਹਾਂ, ਜਦੋਂ ਮੈਂ ਦੇਖਿਆ ਉੱਤੇ ਜਾ ਕੇ ਵੀ 700,000 ਫੁੱਟ ਦੇ ਉੱਤੇ ਕਿ ਦੁਨੀਆ, ਪਿੰਡ ਕਿਤੇ ਛੋਟੇ ਛੋਟੇ ਲੱਗਦੇ ਨੇ, ਜਹਾਜ਼ ਉੱਡ ਰਿਹਾ, ਮੈਂ ਹੈਗਾ, ਤੇ ਉਹ ਬੜਾ ਅੱਛਾ ਲੱਗਾ। ਫਿਰ ਆਣ ਕੇ ਪਿੰਡ ਵਾਲੇ ਜਿਹੜੇ ਮੇਰੇ ਯਾਰ ਦੋਸਤ, ਉਹਨਾਂ ਪੁੱਛਿਆ ਕਿ ਤੂੰ ਜਹਾਜ਼ ਉਡਾਉਣਾ, ਜਾਂ ਮਾਂ ਪਿਓ ਨਾਲ ਸਾਂਝੀ ਕੀਤੀ। ਉਹ ਇੱਕ ਬੜੀ ਅਜੀਬ ਚੀਜ਼ ਆ, ਬੜੀ ਵੱਖਰੀ ਖੁਸ਼ੀ ਸੀ ਜਿਹੜੀ ਮੈਂ ਸਾਰਿਆਂ ਨਾਲ ਸਾਂਝੀ ਕੀਤੀ। ਮੈਂ ਚਾਹੁੰਦਾ ਕਿ ਇਹ ਸੁਪਨਾ ਸੀ ਮੇਰਾ ਜਿਹੜਾ ਪੂਰਾ ਹੋਇਆ, ਤੇ ਪੰਜਾਬ ਦੇ ਹਰ ਬੱਚੇ ਦਾ, ਹਰ ਗਰੀਬ ਦਾ, ਅਮੀਰ ਦਾ, ਸਾਰੇ ਤਬਕਿਆਂ ਦਾ, ਸਾਰੇ ਜਾਤ ਬਰਾਦਰੀ ਦਾ, ਇਹਨਾਂ ਦੇ ਸੁਪਨੇ ਪੂਰੇ ਹੋਣ। ਤਾਂ ਪ੍ਰਵੀਨ ਜੀ, ਸਪੀਡ ਵੀ ਹੁੰਦੀ ਹੈ ਜਹਾਜ਼ ਦੀ, ਜਿਸ ਤਰ੍ਹਾਂ ਅਸੀਂ ਮੋਟਰਸਾਈਕਲ ਗੱਡੀਆਂ ਦੇ ਵਿੱਚ ਵੇਖਦੇ ਹਾਂ ਕਿ 150 ਜਾਂ 200 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ, ਤੇ ਜਹਾਜ਼ ਦੇ ਵਿੱਚ ਵੀ ਇਸ ਤਰ੍ਹਾਂ ਸਪੀਡ ਹੁੰਦੀ ਹੈ? ਹਾਂਜੀ, ਉਹਦੇ ਵਿੱਚ ਹੀ ਸਾਡੇ ਜਹਾਜ਼ ਦੇ ਵਿੱਚ ਵੀ ਸਪੀਡ ਹੁੰਦੀ ਆ। ਉਹ ਕਿਹੜੀ ਹਾਈਟ 'ਤੇ ਚੱਲਦਾ ਉਹ ਹੁੰਦਾ ਹੈ, ਇੰਜਨ ਪੈਰਾਮੀਟਰ ਸਾਰੇ ਹੁੰਦੇ ਆ। ਮੈਂ ਕਿਸਮਤ ਵਾਲਾ ਕਿ ਮੈਂ 2 ਸੀਟਰ ਜਹਾਜ਼ ਉਡਾਇਆ ਸੀਗਾ, ਜਿਹਨੂੰ ਪੁਸ਼ਪਕ ਮਾਰਕ 1 ਕਹਿੰਦੇ ਆ। ਔਰ ਮੈਂ ਫਾਈਨਲੀ ਗ੍ਰੈਜੂਏਟ ਕੀਤਾ ਬੋਇੰਗ 737 NG। ਉਹਦੀਆਂ ਸੀਰੀਜ਼ ਨੇ 700, 800, 900। ਤੋ 900 ਸੀਰੀਜ਼ ਦੇ ਵਿੱਚ 250, 218 ਬੰਦੇ ਆਉਂਦੇ ਰਹੇ ਨੇ। ਸੋ 2 ਸੀਟਾਂ ਤੋਂ ਲੈ ਕੇ 218 ਸੀਟ ਤੱਕ ਹੈਗਾ। ਹਾਂ, ਉਹਦੀ ਸਪੀਡ ਹੁੰਦੀ ਸੀ ਬੋਇੰਗ ਦੀ। ਜਿਹੜਾ ਪੁਸ਼ਪਕ ਉਡਾਉਂਦਾ ਸੀ ਉਹਦੀ 90 ਮੀਲ, 100 ਮੀਲ, 110 ਮੀਲ 'ਤੇ ਹੁੰਦੀ ਸੀ। ਜਿਹੜਾ ਬੋਇੰਗ ਮੈਂ ਉਡਾਇਆ, ਸਪੀਡ ਉਹਦੀ ਹੈਗੀ ਆ 0.81, ਜਿਹੜੀ ਕਿ ਮੈਕਸ ਸਪੀਡ ਹੈ, ਸਪੀਡ ਆਫ ਸਾਊਂਡ। ਇਹਦਾ ਮਤਲਬ ਕਿ ਕੋਈ 1200, 1100, 1150, 800 ਤੋਂ ਲੈ ਕੇ 1100 ਕਿਲੋਮੀਟਰ ਤੱਕ। ਤਾਂ ਜ਼ਿੰਦਗੀ ਵਿੱਚ ਕੁਝ ਇਸ ਤਰ੍ਹਾਂ ਦਾ ਤਜਰਬਾ ਸ਼ੇਅਰ ਕਰੋ ਜਦੋਂ ਤੁਹਾਨੂੰ ਜਹਾਜ਼ ਉਡਾਉਂਦੇ ਸਮੇਂ ਡਰ ਲੱਗਿਆ ਹੋਵੇ। ਮੈਂ ਜੀ ਡਰਿਆ ਨਹੀਂ ਗਾ। ਸਗੋਂ ਸਭ ਤੋਂ ਜ਼ਿਆਦਾ ਜਦੋਂ ਮੈਂ ਐਗਰੀਕਲਚਰ ਏਵੀਏਸ਼ਨ ਦੇ ਵਿੱਚ ਪਾਇਲਟ ਸੀ, ਤੇ ਅਸੀਂ ਸਪਰੇਅ ਕਰਦੇ ਸੀ ਜਾਂ ਪਹਾੜਾਂ ਦੇ ਉੱਤੇ ਬੀਜ ਸੁੱਟਦੇ ਸੀ, ਬੜਾ ਨੀਵਾਂ ਹੋ ਕੇ, ਉਹ ਰਾਦਰ ਰਿਸਕ ਵਾਲੀ ਜੌਬ ਸੀ, ਤੇ ਡਰ ਨਹੀਂ ਲੱਗਾ। ਜਾਂ ਮੈਨੂੰ ਚੰਗਾ ਲੱਗਾ ਜਦੋਂ ਮੈਂ ਕਾਰਗਿਲ ਯੁੱਧ ਦੇ ਵਿੱਚ BSF ਦੇ ਵਿੱਚ ਐਜ਼ ਅ ਪਾਇਲਟ ਡੈਡ ਬੋਡੀਜ਼ ਜਾਂ ਜ਼ਖਮੀਆਂ ਨੂੰ ਲਿਆਉਂਦੇ ਰਹੇ ਹਾਂ, ਜਾਂ ਡਿਜ਼ਾਸਟਰ ਮੈਨੇਜਮੈਂਟ ਭੁੱਜ ਦੇ ਵਿੱਚ ਜਾ ਕੇ ਜਿਹੜੀਆਂ ਅਸੀਂ ਰਿਲੀਫ ਸਪਲਾਈਜ਼ ਦਿੰਦੇ ਰਹੇ ਹਾਂ, ਤੇ ਉਹ ਲੱਗਾ। ਫਿਰ ਜਦੋਂ 에ਅਰਲਾਈਨ 'ਚ ਆ ਗਿਆ, ਤੇ ਸਾਡੇ ਜਹਾਜ਼ਾਂ ਦੇ ਵਿੱਚ ਪਾਇਲਟ ਨੂੰ ਇੱਕ ਸੋਚਣੀ ਹੈਗੀ ਹੈ ਕਿ ਨੈਵਰ ਸੇ ਡਾਈ ਇਨ ਲਾਈਫ, ਕਿ ਜੇ ਮੈਂ ਪਾਇਲਟ ਹੀ ਡਰ ਗਿਆ ਤੇ ਜਿਹੜਾ 200, 250 ਬੰਦਾ ਪਿੱਛੇ ਬੈਠਾ ਹੈ, ਤੇ ਉਹਦਾ ਹਾਲਾਤ ਕੀ ਹੋਣਗੇ। ਸੋ ਪਾਇਲਟ ਦੀ ਟ੍ਰੇਨਿੰਗ ਇੰਨੀ ਸਖਤ ਹੁੰਦੀ ਆ, ਜਾਂ ਇੰਨੀ ਸਾਡੇ ਰੀਕਰੈਂਟ ਚੈੱਕ ਹੁੰਦੇ ਨੇ। ਹਰ ਇੱਕ ਪਾਇਲਟ ਜਿਹੜਾ ਜਿੰਨੇ ਵੀ ਫਲਾਈ ਕਰ ਰਹੇ ਆ, ਜਿਹੜੇ ਵੀ ਜਹਾਜ਼ ਕਰ ਰਹੇ ਆ, ਉਹ ਕੰਪੀਟੈਂਟ ਹੁੰਦੇ ਆ ਕਿਸੇ ਵੀ ਸਿਚੁਏਸ਼ਨ ਦੇ ਵਿੱਚ, ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਲਈ। ਚਾਹੇ ਉਹ ਜਹਾਜ਼ ਹਾਈਜੈਕ ਹੋ ਰਿਹਾ, ਫਿਰ ਵੀ ਪਾਇਲਟ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ। ਅਗਰ ਜਹਾਜ਼ ਦਾ ਕੋਈ ਇੰਜਨ ਬੰਦ ਹੋ ਗਿਆ, ਫਿਰ ਵੀ ਟ੍ਰੇਨਿੰਗ ਦਿੱਤੀ ਜਾਂਦੀ ਆ। ਅਗਰ ਕੋਈ ਹੋਰ ਸਿਸਟਮ ਖਰਾਬ ਹੋ ਗਿਆ ਜਾਂ ਬੰਦ ਹੋ ਗਿਆ, ਉਹਦੀ ਟ੍ਰੇਨਿੰਗ ਦਿੱਤੀ ਜਾਂਦੀ ਆ। ਸੋ ਮੈਂ ਡਰਿਆ ਨਹੀਂ। ਹਾਂ, ਮੈਂ ਮਤਲਬ ਇਹ ਜਿਹੜੇ ਕਈ ਵਾਰੀ ਡਿਜ਼ਾਸਟਰ ਮੈਨੇਜਮੈਂਟ ਦੇ ਵਿੱਚ ਗਿਆ ਜਦੋਂ, ਉਦੋਂ ਮੈਨੂੰ ਥੋੜ੍ਹਾ ਜਿਹਾ ਇੱਕ ਮਨ ਨੂੰ ਜਿਹੜੀ ਆ ਉਹ ਇੱਕ ਦੁੱਖ ਹੋਇਆ, ਕਿਉਂਕਿ ਅਸੀਂ ਪਹਿਲੇ ਪਾਇਲਟ ਹੁੰਦੇ ਸੀ ਜਾ ਕੇ ਉੱਥੇ ਦੇਖਣਾ ਕਿ ਵੀ ਭੁੱਜ ਦੇ ਵਿੱਚ ਜਾਂ ਇੱਥੇ ਇੰਨੀ ਡਿਸਟਰਕਸ਼ਨ ਹੋਈ ਆ, ਮਕਾਨ ਗਿਰੇ ਨੇ, ਲੋਕੀ ਹਸਪਤਾਲਾਂ ਦੇ ਹਸਪਤਾਲ ਜਿਹੜੇ ਨੇ ਉਹ ਤਹਿਸ ਨਹਿਸ ਹੋਏ ਨੇ। ਉਹ ਦੇਖ ਕੇ ਇੱਕ ਮਨ ਨੂੰ ਦੁੱਖ ਲੱਗਦਾ ਸੀ ਇਨਸਾਨੀਅਤ ਦੇ ਤੌਰ 'ਤੇ। ਬਾਕੀ ਡਰਿਆ ਨਹੀਂ ਜਿਵੇਂ ਕਦੀ। ਤਾਂ ਪ੍ਰਵੀਨ ਜੀ, ਜਦੋਂ ਫਿਰ ਤੁਸੀਂ ਫਲਾਈਟ ਖੜ੍ਹਦੇ ਹੋ ਤਾਂ ਉਸ ਤੋਂ ਪਹਿਲਾਂ ਫਿਰ ਕਿਸ ਤਰ੍ਹਾਂ ਦੇ ਟੈਸਟ ਜਿਹੜੇ ਆ ਉਹ ਪ੍ਰਸ਼ਾਸਨ ਵੱਲੋਂ ਕੀਤੇ ਜਾਂਦੇ ਆ? ਕਿਉਂਕਿ ਪਹਿਲਾਂ ਤਾਂ ਹਰ ਪਾਇਲਟ ਨੂੰ, ਅਗਰ ਪਾਇਲਟ ਦੀ ਕੋਈ ਤਬੀਅਤ ਖਰਾਬ ਆ ਜਾਂ ਪਾਇਲਟ ਦਾ ਕੋਈ ਪ੍ਰੋਬਲਮ ਆ ਜਾਂ ਕੋਈ ਸਮੱਸਿਆ ਹੈ, ਤੇ ਉਹ ਸਾਡਾ ਇੱਕ ਰੋਸਟਰ ਸਟਾਫ 24 ਘੰਟੇ ਰੋਸਟਰ ਡਿਪਾਰਟਮੈਂਟ ਚੱਲਦਾ ਹਰ 에ਅਰਲਾਈਨ ਦਾ 24x7। ਉਹ ਰੋਸਟਰ ਸਟਾਫ ਨੂੰ ਦੱਸ ਸਕਦਾ ਕਿ ਵੀ ਮੈਂ ਬਿਮਾਰ ਹੋ ਗਿਆ ਜਾਂ ਮੇਰਾ ਕੋਈ ਪ੍ਰੋਬਲਮ ਹੋ ਗਈ ਆ।
ਉਸ ਤੋਂ ਇਲਾਵਾ ਜਦੋਂ ਵੀ ਇਹ ਸਾਰਾ ਸਟਾਫ, ਚਾਹੇ ਉਹ ਪਾਇਲਟ ਹੋਵੇ, ਚਾਹੇ ਉਹ ਕੋ ਪਾਇਲਟ ਹੋਵੇ, ਚਾਹੇ ਏਅਰੋਸਟਸ ਹੋਵੇ, ਜਿਨ੍ਹਾਂ ਨੇ ਫਲਾਈ ਕਰਨਾ, ਉਹ ਏਅਰੋਸਟਸ ਵੀ ਰਿਪੋਰਟ ਕਰ ਸਕਦੀ ਆ। ਔਰ ਹਰ ਇੱਕ 에ਅਰਲਾਈਨ ਦੇ ਵਿੱਚ ਸਟੈਂਡ ਬਾਈ ਪਾਇਲਟ ਹੁੰਦੇ ਆ ਕਿ ਜੇ ਇੱਕ ਪਾਇਲਟ ਬਿਮਾਰ ਹੋ ਗਿਆ ਤੇ ਦੂਜੇ ਪਾਇਲਟ ਨੂੰ ਕੋਈ ਉਹ ਪਾਇਲਟ ਅਵੇਲੇਬਲ ਆ। ਹਾਂ, ਫਲਾਈਟ ਲੇਟ ਹੋ ਸਕਦੀ ਹੈ, 10-15 ਮਿੰਟ ਜਾਂ ਕੁਛ ਲੇਟ ਹੋ ਜਾਵੇ, ਪਰ ਜਦੋਂ 에ਅਰਪੋਰਟ ਤੇ ਜਾਂਦੇ ਆ ਤੇ ਹਰ ਇੱਕ ਪਾਇਲਟ ਨੂੰ ਜਾਂ ਏਅਰੋਸਟਸ ਨੂੰ ਜਾਂ ਜਿਹੜਾ ਵੀ ਕੋਈ ਹੋਰ ਫਲਾਈਟ ਕਰੂ ਜਾਂਦਾ ਉਹਨੂੰ ਮੈਡੀਕਲ ਉਹਦਾ ਹੁੰਦਾ ਔਰ ਉਹਦਾ ਚੈੱਕਅਪ ਵੀ ਹੁੰਦਾ। ਅਗਰ ਉਹ ਜਿਹੜੇ ਡਾਕਟਰ ਨੇ ਅਬਜ਼ਰਵ ਕਰਦੇ ਨੇ ਉਹਨਾਂ ਦਾ ਰਿਫਲੈਕਸਿਸ, ਇਹਨੂੰ ਅਗਰ ਕਿਸੇ ਨੂੰ ਪ੍ਰੋਬਲਮ ਹੈਗੀ ਆ ਪੁੱਛਦੇ ਆ ਤੇ ਸਾਰਾ ਉਹਨਾਂ ਦਾ ਮੈਡੀਕਲ ਟਰੀਟਮੈਂਟ ਸਾਰਾ ਚੈੱਕ ਹੋ ਕੇ ਤੇ ਫਿਰ ਪਾਇਲਟ ਨੂੰ ਜਿਹੜਾ ਆ ਉਹ ਜਹਾਜ਼ ਦੇ ਉੱਤੇ ਭੇਜਿਆ ਜਾਂਦਾ ਜੀ। ਤਾਂ ਪ੍ਰਵੀਨ ਜੀ, ਕੋਈ ਇਸ ਤਰ੍ਹਾਂ ਦਾ ਟੈਸਟ ਵੀ ਹੁੰਦਾ ਆ ਕਿ ਜਿਸ ਤਰ੍ਹਾਂ ਪਿਛਲੇ ਦਿਨੀ ਇੱਕ ਜਹਾਜ਼ ਕ੍ਰੈਸ਼ ਹੋਇਆ ਸੀ ਤਾਂ ਖਬਰਾਂ ਦੇ ਵਿੱਚ ਆਇਆ ਸੀ ਕਿ ਚੈੱਕ ਕੀਤਾ ਗਿਆ ਕਿ ਇਹ ਡਿਪਰੈਸ ਤੇ ਨਹੀਂ ਸੀ, ਇਹਦਾ ਕੋਈ ਘਰੇਲੂ ਝਗੜਾ ਤੇ ਨਹੀਂ ਸੀ ਚੱਲ ਰਿਹਾ। ਇਸ ਤਰ੍ਹਾਂ ਦੇ ਟੈਸਟ ਵੀ ਕੀਤੇ ਜਾਂਦੇ ਨੇ। ਇਸ ਤਰ੍ਹਾਂ ਦਾ ਟੈਸਟ ਵੈਸੇ ਤਾਂ ਜੀ ਜਿੰਨੇ ਪਾਇਲਟ ਆ ਉਹ ਹਰ 6 ਮਹੀਨੇ ਬਾਅਦ ਉਹਨਾਂ ਦਾ ਇੱਕ ਮੇਜਰ ਬੋਰਡ ਹੁੰਦਾ ਜਿਹਨੂੰ ਅਸੀਂ ਕਹਿੰਦੇ ਸੈਂਟਰਲ ਮੈਡੀਕਲ ਐਸਟੈਬਲਿਸ਼ਮੈਂਟ। ਉਹਦੇ ਵਿੱਚ ਉਹਦਾ ਸਾਰਾ ਦਿਨ ਉਹਦੇ ਚੈੱਕ ਹੁੰਦੇ ਨੇ, ਬਲੱਡ ਪ੍ਰੈਸ਼ਰ, ਉਹਦੇ ਮਾਈਂਡ ਦਾ, ਉਹਦਾ ਜਿੰਨੇ ਬਲੱਡ, ਯੂਰਿਨ, ਜਿੰਨੇ ਵੀ ਟਫ ਚੈੱਕ ਹੁੰਦੇ ਨੇ ਪਾਇਲਟ ਦੇ। ਬਟ ਡੇ ਟੂ ਡੇ ਬੇਸਿਸ ਦੇ ਉੱਤੇ ਅਗਰ ਕਿਸੇ ਪਾਇਲਟ ਨੂੰ ਕੋਈ ਹਾਰਟ ਦੀ ਜਾਂ ਕੋਈ ਇਹੋ ਜਿਹੀ ਬਿਮਾਰੀ ਜਾਂ ਐਕਸੀਡੈਂਟ ਹੋ ਜਾਵੇ ਤਾਂ ਉਹ ਆਟੋਮੈਟਿਕਲੀ ਉਹਨੂੰ ਗਰਾਊਂਡ ਕੀਤਾ ਜਾਂਦਾ। ਜਿਹੜਾ ਜਿਸ ਤਰ੍ਹਾਂ ਮੈਂ ਡਾਇਰੈਕਟਰ ਜਨਰਲ ਸਿਵਲ ਵਿੱਚ ਰਿਹਾ, ਉਹ ਰੈਗੂਲੇਟ ਕਰਦੇ ਨੇ, ਉਹ ਰੈਗੂਲੇਟਰੀ ਬਾਡੀ ਹੈ ਜਿਹੜੀ ਓਵਰਸੀ ਕਰਦੇ ਆ ਕਿ ਇਹਨਾਂ ਦਾ ਪਾਇਲਟਾਂ ਦਾ ਦੂਜਾ ਨਹੀਂ। ਹਾਂ, ਮੈਂ ਜੈਟ ਏਅਰਵੇਜ਼ ਦੇ ਵਿੱਚ ਮੈਨੇਜਮੈਂਟ 'ਚ ਰਿਹਾ ਤੇ ਉਹਦੇ ਵਿੱਚ ਅਸੀਂ ਜਿੰਨੇ ਪਾਇਲਟ ਨੇ ਜਾਂ ਕੋ ਪਾਇਲਟ ਨੇ ਜਾਂ ਹੋਰ ਜਿਹੜਾ ਸਟਾਫ ਏਅਰੋਸਟਸ ਆ, ਜਦੋਂ ਉਹ ਜਾਂਦੇ ਨੇ ਤੇ ਸਾਨੂੰ ਉਹਨਾਂ ਬਾਰੇ ਕੁਛ ਨਾ ਕੁਛ ਫੀਡਬੈਕ ਮਿਲਦੀ ਰਹਿੰਦੀ ਆ। ਅਗਰ ਉਹਨਾਂ ਦਾ ਕੋਈ ਘਰੇਲੂ ਮਸਲਾ ਹੈ, ਕਿਸੇ ਦਾ ਡਾਈਵੋਰਸ ਹੋ ਰਿਹਾ ਹੈ, ਕਿਸੇ ਦੀ ਕੋਈ ਹੋਰ ਉਹਦੀ ਕੋਈ ਹੋਰ ਫਾਈਨੈਂਸ਼ੀਅਲ ਪ੍ਰੋਬਲਮ ਹੈ ਜਾਂ ਕੋਈ ਹੋਰ ਪ੍ਰੋਬਲਮ ਉਹਦਾ ਹੁੰਦਾ ਰਹਿੰਦਾ, ਉਹਨਾਂ ਨੂੰ ਜ਼ਿਆਦਾ ਕਾਉਂਸਲਿੰਗ ਕੀਤੀ ਜਾਂਦੀ ਆ। ਜਾਂ ਉਹਨਾਂ ਪਾਇਲਟਾਂ ਨੂੰ ਜਿਹੜਾ ਅੱਜ ਕੱਲ੍ਹ ਸਿਸਟਮ ਆ ਕਿ ਜਦੋਂ ਫਲਾਈ ਕਰਦੇ ਆ, ਫਲਾਈ ਸੇਫ ਕਰਨ, ਉਹਦੇ ਵਿੱਚ ਜਿਹੜਾ ਪੁਰਾਣਾ ਨਾਂ ਸੀਗਾ ਕਿ ਜੀ ਬਲੈਕ ਬਾਕਸ ਲੱਭ ਗਿਆ, ਇਹ ਕਰ ਗਿਆ, ਅੱਜ ਕੱਲ੍ਹ ਡਿਜੀਟਲ ਫਲਾਈਟ ਡਾਟਾ ਰਿਕਾਰਡਰ ਜਿਹੜਾ ਆ ਉਹ ਨਾਲ ਹੁੰਦਾ। ਉਹ 110 ਪੈਰਾਮੀਟਰ ਜਹਾਜ਼ ਦੇ ਉਹ ਦੇਖਦਾ ਆ ਔਰ ਉਹਨਾਂ ਨੂੰ ਹਰ 24 ਘੰਟੇ ਬਾਅਦ ਡਾਊਨਲੋਡ ਕਰਕੇ ਦੇਖਿਆ ਜਾਂਦਾ ਕਿ ਇਸ ਪਾਇਲਟ ਨੇ ਜਹਾਜ਼ ਠੀਕ ਉਡਾਇਆ, ਕੋਈ ਖਰਾਬੀ ਤਾਂ ਨਹੀਂ। ਉਹ ਜਦੋਂ ਵੀ ਕਿਸੇ ਵੀ ਲਿਮਟ ਤੋਂ ਕ੍ਰਾਸ ਕਰੂਗਾ ਤੇ ਉਹਦੇ ਵਿੱਚ ਉਹ ਡਾਟ ਆ ਜਾਂਦਾ, ਫੜਿਆ ਜਾਂਦਾ। ਨੰਬਰ 2, ਹਰ ਕਾਕਪਿਟ ਦੇ ਵਿੱਚ ਕਾਕਪਿਟ ਵਾਇਸ ਰਿਕਾਰਡਰ ਹੁੰਦਾ ਜਿਹੜਾ ਪਿਛਲੇ 2 ਘੰਟੇ ਦੇ ਵਿੱਚ ਜਿਹੜੀ ਵੀ ਪਾਇਲਟ ਦੀ, ਏਅਰੋਸਟਸ ਦੀ ਜਾਂ ਕੋ ਪਾਇਲਟ ਦੀ ਜਾਂ ਉਹਨਾਂ ਦੇ ਚੈੱਕਸ ਐਂਡ ਡਰਿਲਸ ਜਾਂ ਜੋ ਵੀ ਉਹਨਾਂ ਕਰਨਾ ਹੁੰਦਾ ਉਹ ਆਪਣਾ ਉਹ ਕਰ ਰਹੇ ਕਿ ਨਹੀਂ ਕਰ ਰਹੇ। ਉਹ ਕਾਕਪਿਟ ਵਾਇਸ ਰਿਕਾਰਡਰ ਜਿਹੜੇ ਆ ਮੈਨੇਜਮੈਂਟ ਦੇ ਵਿੱਚ ਅਸੀਂ ਉਹਨਾਂ ਨੂੰ ਪੜ੍ਹਦੇ ਆ। DFDR ਦੀਆਂ ਰਿਪੋਰਟਾਂ ਵੀ ਆਉਂਦੀਆਂ, ਸੇਫਟੀ ਮਹਿਕਮਾ ਹੁੰਦਾ, ਉਹਦੇ 'ਚ ਕਰਦੇ ਆ। ਉਹਨਾਂ ਨੂੰ ਬੁਲਾ ਕੇ ਅਗਰ ਕਿਸੇ ਦਾ ਝਗੜਾ ਹੋ ਜਾਂਦਾ ਹੈ ਜਹਾਜ਼ ਦੇ ਵਿੱਚ ਜਾਂ ਕੋਈ ਪ੍ਰੋਬਲਮ ਹੋ ਜਾਂਦੀ ਆ, ਉਹਨਾਂ ਨੂੰ ਅਸੀਂ ਜਿਹੜੇ ਮੈਨੇਜਮੈਂਟ ਦਾ ਬੋਰਡ ਬਣ ਕੇ ਉਹਨਾਂ ਨੂੰ ਅਸੀਂ ਕਾਉਂਸਲਿੰਗ ਕਰਦੇ ਆ। ਜੇ ਜ਼ਰੂਰਤ ਹੋਵੇ ਉਹਨਾਂ ਦੀ ਕਰੈਕਟਿਵ ਟ੍ਰੇਨਿੰਗ ਵੀ ਲਾਈ ਜਾਂਦੀ ਆ ਜਾਂ ਉਹਨਾਂ ਨੂੰ ਸਮਝਾਇਆ ਵੀ ਜਾਂਦਾ ਆ ਜਾਂ ਉਹਨਾਂ ਨੂੰ ਡਿਸਪਲਿਨਰੀ ਕਰਕੇ ਉਹਨਾਂ ਨੂੰ ਰੱਖਿਆ ਜਾਂਦਾ ਤਾਂ ਕਿ ਜਹਾਜ਼ ਦੀ ਜਿਹੜੀ ਸੇਫਟੀ ਉਹ ਕੰਪਰੋਮਾਈਜ਼ ਨਾ ਹੋਵੇ। ਧੰਨਵਾਦ ਜੀ। ਥੈਂਕ ਯੂ। ਸੋ ਇਹ ਸਨ ਸਾਡੇ ਨਾਲ ਕੈਪਟਨ ਪ੍ਰਵੀਨ ਜੀ, ਜਿਨ੍ਹਾਂ ਨੇ ਤੁਹਾਨੂੰ ਦੱਸਿਆ ਹੈ ਕਿ ਇਹਨਾਂ ਦੁਆਰਾ ਜੋ ਇੱਕ ਕਿਤਾਬ ਤਿਆਰ ਕੀਤੀ ਗਈ ਹੈ, ਜੇਕਰ ਤੁਸੀਂ ਵੀ +2 ਕੀਤੀ ਹੈ ਜਾਂ ਗ੍ਰੈਜੂਏਸ਼ਨ ਵੀ ਕੀਤੀ ਹੈ ਤਾਂ ਤੁਸੀਂ ਇਹ ਕਿਤਾਬ ਦੇ ਵਿੱਚੋਂ ਇਸ ਨੂੰ ਸਟੱਡੀ ਕਰਕੇ ਇਸ ਦੇ ਵਿੱਚੋਂ ਜੋ ਕੋਰਸਿਸ ਦੱਸੇ ਗਏ ਨੇ, ਜੋ ਡਿਗਰੀਜ਼ ਦੱਸੀਆਂ ਗਈਆਂ ਨੇ, ਉਸ ਨੂੰ ਕਰਨ ਤੋਂ ਬਾਅਦ ਤੁਸੀਂ ਇੱਕ ਵਧੀਆ ਜੋਬ ਹਾਸਿਲ ਕਰ ਸਕਦੇ ਹੋ। ਸੋ ਤੁਸੀਂ ਪੰਜਾਬੀ ਨੈਸ਼ਨਲ TV ਦੇ ਨਾਲ ਜੁੜੇ ਹੋਏ ਸੀ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਦੀਪ ਅਰੋੜਾ।